So if you're preparing for your IELTS examination, you need to be aware of, you know, most common topics that are mostly asked in IELTS speaking and even writing as well, ठीक है। ਤਾਂ ਇਹਦੇ ਵਿੱਚ ਜਿਹੜਾ ਅੱਜ ਆਪਾਂ ਟੌਪਿਕ ਡਿਸਕਸ ਕਰਾਂਗੇ ਉਹ ਹੈਗਾ ਸਮਥਿੰਗ ਰਿਲੇਟਡ ਟੂ ਹੈਲਥ। ਹੁਣ ਦੇਖਣ ਨੂੰ ਲੱਗਦਾ ਹੈ ਵੀ ਯਾਰ ਹੈਲਥ ਉੱਤੇ ਕਿੰਨੇ ਕੁ ਟੌਪਿਕਸ ਬਣ ਸਕਦੇ ਨੇ, ਪਰ ਇਹਨੂੰ ਆਪਾਂ ਬਹੁਤ ਜਲਦੀ ਜੱਜ ਕਰ ਲੈਂਦੇ ਹਾਂ। ਹੈਲਥ ਇੱਕ ਐਸਾ ਟੌਪਿਕ ਹੈ ਜਿਹੜਾ ਕਿ ਬਹੁਤ ਡਾਇਵਰਸ ਹੈ, ਠੀਕ ਹੈ ਜੀ। ਇਹਦੇ ਵਿੱਚ ਡਗ ਡੀਪ ਕਰੀ ਜਾਵਾਂਗੇ ਤਾਂ ਬਹੁਤ ਕੁਝ ਸਾਨੂੰ ਮਿਲੇਗਾ, ਬਹੁਤ ਸਾਰੇ ਟੌਪਿਕਸ ਬਣਦੇ ਨੇ। ਫੋਰ ਐਗਜ਼ਾਮਪਲ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਹੈਲਥ ਵਿੱਚ, ਤੇ ਆਪਾਂ ਗੱਲ ਕਰਦੇ ਹਾਂ ਫੂਡ ਦੇ ਉੱਤੇ, ਹੈ ਨਾ। ਵਾਟ ਆਰ ਯੋਰ ਫੂਡ ਚੋਇਸਿਸ, ਹੈ ਨਾ। ਡੂ ਯੂ ਈਟ ਕਲੀਨ ਔਰ ਡੂ ਯੂ ਈਟ ਜੰਕ, ਹੈ ਨਾ। ਅਤੇ ਜੇ ਜੰਕ ਖਾਂਦੇ ਹੋ, ਹਾਊ ਆਫਨ ਡੂ ਯੂ ਈਟ ਜੰਕ। ਹੁਣ ਦੇਖੋ ਸਪੀਕਿੰਗ ਦੇ ਕੁਐਸਚਨਸ ਨੇ, ਹਾਊ ਆਫਨ ਡੂ ਯੂ ਈਟ ਜੰਕ। So what sort of junk food do you consume, right? How long have you been consuming junk food, ठीक है? Why do you crave junk food so much? So do you love home cooked food or not? So who cooks at home? Your wife, your sister, your mother. Who cooks the best, right? What is your favorite dish at home? What is your favorite junk food, right? Do you plan to go out together for a dine-in with your family or friends? ਦੇਖੋ ਇਹ ਸਾਰੇ ਸਵਾਲ ਨੇ, ਠੀਕ ਹੈ। ਤੁਸੀਂ ਗੱਲ ਉਹਨਾਂ ਨੇ ਤੁਹਾਡੇ ਈਟਿੰਗ ਚੋਇਸਿਸ ਉੱਤੇ ਤੁਹਾਨੂੰ ਸਵਾਲ ਪੁੱਛ ਕੇ ਤੁਹਾਨੂੰ ਖੋਲੀ ਜਾਣਾ, ਤੁਹਾਨੂੰ ਪੁੱਛੀ ਜਾਣਾ ਵੀ ਦੇ ਆਰ ਗੋਇੰਗ ਟੂ ਇਵੈਲੂਏਟ ਹਾਊ ਵੈਲ ਯੂ ਕੈਨ ਸਪੀਕ ਐਂਡ ਮਾਈਂਡ ਇਟ। ਜੇ ਤੁਸੀਂ ਬਹੁਤ ਵਧੀਆ ਬੋਲ ਰਹੇ ਹੋ ਨਾ, ਜੇ ਤੁਹਾਡੇ 'ਚ ਸ਼ਮਤਾ ਹੈ ਨਾ ਬੋਲਣ ਦੀ, ਤਾਂ ਹੀ ਉਹ ਤੁਹਾਨੂੰ ਸਵਾਲ ਪੁੱਛਣਗੇ। ਬਿਕਾਜ਼ ਐਜ਼ ਐਨ ਐਗਜ਼ਾਮਿਨਰ ਆਈ ਨੋ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ, ਕੈਂਡੀਡੇਟ ਬੈਠਾ, ਉਹ ਕਿਸ ਲੈਵਲ ਦਾ ਆ, ਠੀਕ ਹੈ। ਜੇ ਮੈਨੂੰ ਪਤਾ ਹੈ ਨਾ ਵੀ ਦੈਟ ਪਰਸਨ ਇਜ਼ ਨਾਟ ਦੈਟ ਕੇਪੇਬਲ, then I won't be asking him or her those complex questions. I won't be cross-questioning him or her that much. मेरी गल समझ रहे हो? I'll be very limited to a few questions so that I can evaluate and finally come to a conclusion wherein I can figure out that he or she is able to speak on some of the topics, and this person is basically standing somewhere between 5 or 6 bands, ठीक है। And if you are able to score 6.5 and even 7 or even above, then I'll be asking you those critical questions, those complex questions wherein you'd be required to speak spontaneously, ठीक है। थोड़ी पता ਚੱਲੂਗੀ ਕਾਬਲੀਅਤ ਵੀ ਤੁਸੀਂ ਝੱਟ ਬੋਲ ਸਕਦੇ ਹੋ। You can speak at a stretch, you have different ideas with different vocabulary, you are actually talking on the topics and something which is very relevant। ਹੁਣ ਦੇਖੋ ਫੂਡ ਦੇ ਉੱਤੇ ਗੱਲ ਆ ਸਕਦੀ, ਫੂਡ ਇਜ਼ ਡਾਇਰੈਕਟਲੀ ਰਿਲੇਟਡ ਟੂ ਯੋਰ ਹੈਲਥ, ਠੀਕ ਹੈ। ਅਤੇ ਫਰੂਟ ਇਨਟੇਕ ਕਿੰਨੀ ਹੈ ਤੁਹਾਡੀ? ਡੂ ਯੂ ਯੂਜਲੀ ਕੰਜ਼ਿਊਮ ਫਰੂਟਸ, ਰਾਈਟ? ਡੂ ਯੂ have a habit of consuming fruits? What is your favorite fruit? Why do you like it so much, ਹੈ ਨਾ। ਇੱਦਾਂ ਦੇ ਸਵਾਲ ਆ ਸਕਦੇ ਨੇ। ਦੈਨ ਗੱਲ ਹੁੰਦੀ ਹੈ ਜਦੋਂ ਫੂਡ ਦੀ ਅਤੇ ਗੱਲ ਆਉਂਦੀ ਹੈ ਪ੍ਰੋਟੀਨ ਇਨਟੇਕ ਦੀ, ਹੈ ਨਾ। ਹਾਊ ਇੰਪੋਰਟੈਂਟ ਇਜ਼ ਇਨਟੇਕ ਆਫ ਪ੍ਰੋਟੀਨ ਫॉर ਐਨੀ ਹਿਊਮਨ ਬੋਡੀ? Do you measure when you consume anything that contains protein, or do you think consuming protein for an average human body is very important? How usually do you intake protein rich food? ਇਹ ਦੇਖੋ ਸਾਰੇ ਸਵਾਲ ਨੇ ਜੋ ਪੁੱਛੇ ਜਾ ਸਕਦੇ ਨੇ, ਗੱਲ ਸਮਝ ਰਹੇ ਹੋ। ਦੈਨ ਵਾਟਰ ਇਨਟੇਕ ਉੱਤੇ ਬੜੀਆਂ ਗੱਲਾਂ ਹੋ ਸਕਦੀਆਂ। ਹੁਣ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਅਸੀਂ ਪਾਣੀ ਬਹੁਤ ਘੱਟ ਪੀਂਦੇ ਹਾਂ ਅੱਜ ਦੀ ਡੇਟ 'ਚ, ਹੈ ਨਾ। ਤਾਂ ਪਾਣੀ ਉੱਤੇ ਸਵਾਲ ਪੁੱਛਿਆ ਜਾ ਸਕਦਾ, ਹਾਊ ਆਫਨ ਡੂ ਯੂ ਡਰਿੰਕ ਵਾਟਰ? ਵਾਟ ਇਜ਼ ਦ ਫਸਟ ਥਿੰਗ ਦੈਟ ਯੂ ਡੂ ਇਨ ਦ ਮੋਰਨਿੰਗ? ਡੂ ਯੂ ਡਰਿੰਕ ਵਾਟਰ ਔਰ ਨਾਟ? ਹਾਊ ਮਚ ਵਾਟਰ ਡੂ ਯੂ ਡਰਿੰਕ, ਠੀਕ ਹੈ ਨਾ। ਅਤੇ ਵਾਟਰ ਰਿਲੇਟਡ ਅਗਰ ਨਹੀਂ ਪੀਂਦੇ ਹਾਂ ਤਾਂ ਬਿਮਾਰੀਆਂ ਆ ਜਾਂਦੀਆਂ ਨੇ, ਕਿਡਨੀ ਸਟੋਨਸ ਦੀ, ਠੀਕ ਹੈ। ਅਗਰ ਪਾਣੀ ਬੰਦਾ ਘੱਟ ਪੀਂਦਾ ਤਾਂ ਉਹਦੀ ਕਿਡਨੀ ਸਟੋਨਸ ਦੀ ਬਿਮਾਰੀ ਹੁੰਦੀ ਹੈ। ਤਾਂ ਉਹਦੇ ਉੱਤੇ ਵੀ ਕੁਐਸਚਨ ਪੁੱਛ ਸਕਦਾ, ਪਰ ਇਹ ਕੁਐਸਚਨ ਕਿਹਨੂੰ ਪੁੱਛਿਆ ਜਾਏਗਾ? That candidate who is well versed in English, who can speak too much, right? That person will be asked such a question. ਦੂਜੀ ਨੂੰ ਨਹੀਂ ਪੁੱਛਿਆ ਜਾਏਗਾ, ਮਾਈਂਡ ਇਟ, ਠੀਕ ਹੈ। ਫਿਰ ਆ ਜਾਂਦਾ ਯੋਰ ਪਰਸਨਲ ਹੈਲਥ, ਹੈ ਨਾ। ਸੋ ਪੁੱਛਿਆ ਜਾ ਸਕਦਾ ਹੈ, ਡੂ ਯੂ ਪੁੱਟ ਯੋਰ ਪਰਸਨਲ ਹੈਲਥ ਬਿਫੋਰ ਯੋਰ ਟੰਗ? ਟੰਗ ਦਾ ਮਤਲਬ ਹੈ ਤੁਸੀਂ ਆਪਣੇ ਸਵਾਦ ਨੂੰ ਮੂਹਰੇ ਰੱਖਦੇ ਹੋ ਕਿ ਆਪਣੇ ਹੈਲਥ ਨੂੰ ਮੂਹਰੇ ਰੱਖਦੇ ਹੋ। ਇੱਦਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ, ਠੀਕ ਹੈ। ਅਤੇ ਹੈਲਥ ਜਦੋਂ ਆਪਾਂ ਟੰਗ ਦੀ ਗੱਲ ਕਰਦੇ ਹਾਂ ਤਾਂ ਕੁਐਸਚਨ ਇਹ ਵੀ ਆ ਜਾਂਦਾ ਵੀ ਆਰ ਯੂ ਅ ਫੂਡੀ ਔਰ ਨਾਟ। ਐਂਡ ਮੇਕ ਸ਼ੋਰ ਮੈਂ ਸਾਰੇ ਟੌਪਿਕਸ ਗੱਲ ਕਰ ਰਿਹਾ ਹਜੇ ਫਿਜ਼ੀਕਲ ਹੈਲਥ ਦੇ ਵਿੱਚ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੈਂਟਲ ਹੈਲਥ ਦੀ ਵੀ, ਪਰ ਫਿਲਹਾਲ ਜਿਹੜੇ ਮੋਟੇ ਟੌਪਿਕਸ ਨੇ ਫਿਜ਼ੀਕਲ ਹੈਲਥ ਦੇ ਆਪਾਂ ਗੱਲ ਕਰਦੇ ਹਾਂ। ਅਤੇ ਹੁਣ ਗੱਲ ਹੈ ਵੀ ਹਾਊ ਪਰਟੀਕੂਲਰ ਆਰ ਯੂ ਇਨ ਰਿਗਾਰਡ ਟੂ ਯੋਰ ਈਟਿੰਗ ਹੈਬਿਟਸ, ਬੀ ਇਟ ਹੋਮ ਕੁਕਡ ਫੂਡ ਔਰ ਜੰਕ ਫੂਡ, ਹੈ ਨਾ। ਕਿੰਨਾ ਕੁ ਪਰਟੀਕੂਲਰ ਹੈਗੇ ਹੋ, ਗੱਲ ਸਮਝ ਰਹੇ ਹੋ? ਆਰ ਯੂ ਅ ਮੋਡਲਰ ਔਰ ਆਰ ਯੂ ਅ ਪਰਸਨ ਹੂ ਲਵਜ਼ ਯੋਰ ਹੈਲਥ ਮੋਰ ਦੈਨ ਦ ਜੰਕ ਫੂਡ, ਦੈਨ ਯੋਰ ਟੰਗ, ਠੀਕ ਹੈ ਨਾ। ਔਰ ਯੂ ਆਰ ਸਮਨ ਹੂ concerns less about your health and you are more into your taste, you want to eat everything? What kind of person you are? ਹੁਣ it depends upon what age bracket you are in as well, ਠੀਕ ਹੈ। ਤਾਂ ਇਹ ਵੀ ਸਵਾਲ ਪੁੱਛੇ ਜਾ ਸਕਦੇ ਨੇ। ਹੁਣ ਗੱਲ ਇਹ ਆ ਵੀ what is your favorite restaurant? Where do you often go? Why it is your favorite restaurant, right? How did you discover this restaurant? What is the best food item in this restaurant? ਦੇਖ ਰਹੇ ਹੋ ਸਾਰਾ ਕੁਝ questions
ਬਣ ਰਹੇ ਨੇ ਕੌਨਸੀਕੁਐਂਟਲੀ। ਟੌਪਿਕ ਸੀਗਾ ਹੈਲਥ ਦਾ, ਪਰ ਉਹਦੇ ਨਾਲ ਹਰ ਇੱਕ ਚੀਜ਼ ਜੁੜ ਰਹੀ। ਹੁਣ ਜਦੋਂ ਗੱਲ ਆਉਂਦੀ ਰੈਸਟੋਰੈਂਟ ਦੀ, ਤਾਂ ਸਵਾਲ ਇਹ ਪੁੱਛਿਆ ਜਾਏਗਾ ਵੀ ਹਾਊ ਆਫਨ ਡੂ ਯੂ ਡਾਈਨ ਇਨ। ਤੇ ਜਦੋਂ ਇਹ ਸਵਾਲ ਪੁੱਛੇ ਜਾ ਰਹੇ ਨੇ ਤਾਂ ਨੈਚੁਰਲੀ ਕੁਐਸਚਨ ਬਣਦਾ ਹੈ ਵੀ ਹਾਊ ਪੋਪੂਲਰ ਇਜ਼ ਯੋਰ ਰੈਸਟੋਰੈਂਟ ਬਿਜ਼ਨਸ ਇਨ ਯੋਰ ਕੰਟਰੀ ਔਰ ਇਨ ਯੋਰ ਲੋਕੈਲਿਟੀ ਔਰ ਇਨ ਯੋਰ ਹੋਮ ਟਾਊਨ, ਰਾਈਟ। ਹਾਊ ਫਾਸਟ ਇਜ਼ ਦਿਸ ਇੰਡਸਟਰੀ ਗਰੋਇੰਗ। ਹੁਣ ਇਹ ਸਵਾਲ ਜਿਹੜਾ ਆ ਦਿਸ ਇਜ਼ ਅਬਵ ਨਾਰਮਲ, ਠੀਕ ਹੈ। ਤਾਂ ਇਹ ਉਹਨੂੰ ਪੁੱਛਿਆ ਜਾਏਗਾ ਜਿਹੜਾ ਕਿ 7 ਬੈਂਡ ਤੋਂ ਉੱਪਰ ਸਕੋਰ ਕਰਨ ਯੋਗ ਹੋਊਗਾ ਜਾਂ ਜਿਹਨੇ 7 ਬੈਂਡ ਸਕੋਰ ਕਰਨੇ ਹੋਣਗੇ, ਠੀਕ ਹੈ। ਐਗਜ਼ਾਮਨਰ ਕਾਬਲੀਅਤ ਦੇ ਅਕੋਰਡਿੰਗ ਸਵਾਲ ਪੁੱਛੇਗਾ, ਤੁਸੀਂ ਕਿਸ ਹਿਸਾਬ ਨਾਲ ਜਵਾਬ ਦੇ ਰਹੇ ਹੋ। ਤਾਂ ਮਾਈਂਡ ਇਟ ਯੂ ਨੋ ਆਲ ਥੀਸ ਥਿੰਗਸ ਬਿਫੋਰ ਹੈਂਡ, ਠੀਕ ਹੈ। ਹੁਣ ਜਦੋਂ ਆਪਾਂ ਗੱਲ ਕਰ ਰਹੇ ਇਹਦੀਆਂ, ਤੇ ਓਬਵੀਅਸਲੀ ਇਹਦੇ 'ਚ ਗੱਲ ਆਉਂਦੀ ਵੀ ਵਾਟ ਆਰ ਦੀ ਮੈਜਰਸ ਇਨ ਆਰਡਰ ਟੂ ਮੇਕ ਯੋਰ ਸੈਲਫ ਫਿਟ ਇਨਫ ਔਰ ਗੁੱਡ ਇਨ ਹੈਲਥ, ਠੀਕ ਹੈ। ਤਾਂ ਗੱਲ ਆਏਗੀ ਵੀ ਹਾਂਜੀ what exercises do you undertake any exercise on a daily basis or not, right? Why do you don't exercise, or how does exercising helps you become a better person or a fitter person, ठीक है। So what sort of exercise do you go for a run, ठीक है, do you bicycle, right, do you walk a lot, talk about your early morning walks, with whom do you walk, right, and how long have you been walking or how long have you been running, how has running helped you become fitter person, have you reduced the amount of extra fat you had on your body। देख रहे हो सारे नाल दे नाल जुड़दे सवाल ने। talk about your weight, have you been able to reduce your weight or how much weight have you reduced by cycling for let's say 6 months now। ਇਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਜੁੜਦੀ ਜਾ ਰਹੀਆਂ ਨੇ, ਠੀਕ ਹੈ ਨਾ। ਤਾਂ ਜੇ ਹੁਣ ਤੁਸੀਂ ਸਾਈਕਲਿੰਗ ਜਿਮਿੰਗ ਨਹੀਂ ਕਰਦੇ, ਲੈਟਸ ਸੇ ਮਤਲਬ ਸਾਈਕਲਿੰਗ ਨਹੀਂ ਕਰਦੇ ਤਾਂ ਫਿਰ ਜਿਮਿੰਗ ਕਰਦੇ ਹੋ, ਠੀਕ ਹੈ। ਤਾਂ ਵਾਈ ਡੂ ਯੂ ਲਵ ਜਿਮਿੰਗ ਔਰ ਵਾਈ ਡੂ ਯੂ ਥਿੰਕ ਪੀਪਲ ਗੋ ਟੂ ਜਿਮ। ਸਵਾਲ ਹੈ, ਬਹੁਤ ਇੰਪੋਰਟੈਂਟ ਸਵਾਲ ਹੈ, ਹਰ ਇੱਕ ਚੀਜ਼ ਹੈਲਥ ਨਾਲ ਰਿਲੇਟਡ ਆ ਰਹੀ ਹੈ। ਦੇਖੋ ਅੱਛਾ, ਜਿਮਿੰਗ ਦੇ ਨਾਲ ਆ ਸਕਦਾ ਵੀ ਵਾਈ ਡੂ ਯੂ ਥਿੰਕ ਦਿਸ ਜਿਮ ਵਿਲ ਹੈਲਪ ਯੂ ਔਰ ਵਾਈ ਡੂ ਯੂ ਥਿੰਕ ਦਿਸ ਜਿਮ ਹੈਲਪਸ ਪੀਪਲ ਇਨ ਆਰਡਰ ਟੂ ਰਿਡਿਊਸ ਦੇਅਰ ਫੈਟ content from their body or become leaner, or how do you think this gym can help you become a muscular body। समझ रहे हो? What equipment is most important in your gym? What is that exercise that you can't live without? Or would you hit a gym every single day or mind skipping it a day or two। ਸਮਝ ਰਹੇ ਹੋ? ਇਹ ਸਾਰੀਆਂ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਨੇ। ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਓਬਵੀਅਸਲੀ ਜੇ ਹੁਣ ਆਪਾਂ ਜੰਕ ਫੂਡ ਖਾਂਦੇ ਹਾਂ ਤਾਂ ਓਬੇਸਿਟੀ ਦੇ ਉੱਤੇ ਸਵਾਲ ਆ ਸਕਦੇ ਨੇ, ਠੀਕ ਹੈ। ਆਰ ਪੀਪਲ ਓਬੀਜ਼ ਜਨਰਲੀ ਇਨ ਇੰਡੀਆ ਔਰ what age bracket do you find becoming obese these days, ठीक है। do you consider yourself to be obese ਕਿ ਨਹੀਂ, ਠੀਕ ਹੈ। ਤੇ ਓਬੇਸਿਟੀ ਦੀ ਗੱਲ ਹੈ ਤਾਂ ਨੈਚੁਰਲੀ ਡਾਇਬਟੀਜ਼ ਦੀ ਗੱਲ ਹੈ, ਠੀਕ ਹੈ। ਮੋਟਾਪਾ, ਡਾਇਬਟੀਜ਼ ਬਿਮਾਰੀਆਂ ਨਾਲ ਜੁੜੀਆਂ ਤੇ ਬਿਮਾਰੀਆਂ ਵੀ ਆ ਜਾਂਦੀਆਂ ਨੇ। ਹਾਊ ਡਾਇਬਟਿਕ ਪੀਪਲ ਆਰ ਅਰਾਊਂਡ ਯੂ or what age bracket or what people are diabetic। do you think the age for people becoming prone to diabetes is actually decreasing, मतलब कि उम्र घट रही है ਜਿਹੜੇ ਲੋਕੀ डायबिटिक हो रहे ਨੇ। what are the health problems related to diabetes, ਕੀ ਦਿੱਕਤ ਆਉਂਦੀ ਹੈ ਤੁਸੀਂ ਉਹਦੇ ਬਾਰੇ ਗੱਲ ਕਰ ਸਕਦੇ ਹੋ। ਸਿਮਿਲਰਲੀ ਬਲੱਡ ਪ੍ਰੈਸ਼ਰ, ਠੀਕ ਹੈ, ਤਾਂ ਉਹਦੇ ਬਾਰੇ ਗੱਲਾਂ ਹੋ ਸਕਦੀਆਂ ਨੇ। ਤੇ ਹਾਊ ਟੂ ਇੰਪਰੂਵ ਇਟ, ਹੈ ਨਾ। ਤਾਂ ਓਬਵੀਅਸਲੀ ਬਾਈ ਸਾਈਕਲਿੰਗ, ਰਨਿੰਗ, ਜਿਮਿੰਗ, ਈਟਿੰਗ ਗੁੱਡ ਫੂਡ, ਹੈ ਨਾ, ਕੰਜ਼ਿਊਮਿੰਗ ਲੈਸ ਆਫ ਸ਼ੂਗਰ, ਤੇ ਉਹਦੇ ਬਾਰੇ ਗੱਲ ਆ ਸਕਦੀ ਹੈ। ਵਾਈ ਡੂ ਪੀਪਲ ਲਵ ਅ ਲੋਟ ਆਫ ਸ਼ੂਗਰ, ਹਾਊ ਸ਼ੂਗਰ ਇਜ਼ ਹਾਰਮਫੁਲ ਫॉर ਹਿਊਮਨ ਬੋਡੀ, ਐਂਡ what do people do who do not have who are becoming obese and who are not able to control their diabetes। what do doctors recommend them? For example, doctors would recommend them insulin that they inject in their body in order to compensate the spike in the insulin। spike ਦਾ ਮਤਲਬ ਵਾਧਾ, insulin ਮਤਲਬ ਜਿਹੜਾ ਅੰਦਰ ਸ਼ੂਗਰ ਕੰਟੈਂਟ ਹੈਗਾ, ਬਲੱਡ ਸ਼ੂਗਰ ਲੈਵਲ ਵੱਧਦਾ ਹੈ, ਉਹਨੂੰ ਕੰਪਨਸੇਟ ਕਰਨ ਲਈ ਇੰਜੈਕਟ ਕਰੀਦਾ ਇਨਸੂਲਿਨ। ਤਾਂ ਉਹਦੇ ਬਾਰੇ ਗੱਲਾਂ ਹੋ ਸਕਦੀਆਂ ਨੇ। ਹੁਣ ਇਹ ਸਾਰੀ ਚੀਜ਼ਾਂ ਸੀਗੀਆਂ ਫਿਜ਼ੀਕਲ ਹੈਲਥ ਦੀਆਂ। ਹੁਣ ਇੱਦਾਂ ਦੇ ਹੋਰ ਵੀ ਬੜੇ ਟੌਪਿਕਸ ਨੇ, ਠੀਕ ਹੈ। ਤਾਂ ਹੁਣ ਆਪਾਂ ਆਉਂਦੇ ਹਾਂ ਮੈਂਟਲ ਹੈਲਥ ਉੱਤੇ। ਹੁਣ ਜਦੋਂ ਮੈਂਟਲ ਹੈਲਥ ਦੀ ਗੱਲ ਆਉਂਦੀ ਹੈ ਤਾਂ ਪੁੱਛ ਸਕਦਾ ਨਾ what do you do in order to help yourself for your mental health, how do you find peace, है ना। तो ਤੁਸੀਂ ਗੱਲ ਕਰ ਸਕਦੇ ਹੋ, you can talk about meditation। some people may find mental health or peace when cycling alone, है ना, while going for a run alone, ठीक है नहीं। some people would find peace when they go out for a leisure walk in a leisure valley, है ना। or there may be some females who would find mental peace through dancing or singing or doing some craft, है ना, कोई पेंटिंग ड्रॉ करदा आ। these are your hobbies and interests that help you
become peaceful in life, and that is a mental health topic, ठीक है। ਤਾਂ ਉੱਦਾਂ ਹੀ ਗੱਲ ਆਉਂਦੀ ਵੀ ਹਾਂਜੀ ਕਈ ਲੋਕ ਐਸੇ ਨੇ ਜਿਹੜੇ ਕਿ ਕਹਿਣਗੇ ਵੀ ਯੂ نو ਸਿਟਿੰਗ ਵਿਦ ਮਾਈ ਫਰੈਂਡਸ ਔਰ ਵਿਦ ਮਾਈ ਫੈਮਿਲੀ ਮੈਂਬਰਸ ਹੈਲਪਸ ਮੀ ਇੰਪਰੂਵ ਮਾਈ ਮੈਂਟਲ ਹੈਲਥ, ਕਿਉਂਕਿ ਉਹਨਾਂ ਨੂੰ ਸਕੂਨ ਚਾਹੀਦਾ, ਉਹਨਾਂ ਨੂੰ ਮੋਹ ਹੈਗਾ ਆਪਣੇ ਮਾਂ ਪਿਓ ਨਾਲ, ਫਰੈਂਡਸ ਦੇ ਨਾਲ। ਔਰ ਸਮ ਮੇ ਈਵਨ ਸੇ ਦੈਟ ਯੂ ਨੋ ਗੋਇੰਗ ਆਊਟ ਔਨ ਅ ਲੌਂਗ ਡਰਾਈਵ ਔਰ ਅ ਵਕੇਸ਼ਨ ਹੈਲਪਸ them to become mentally peaceful, right? ਜਿਹੜਾ ਮੂਡ ਅਪਸੈਟ ਹੋਇਆ ਹੁੰਦਾ ਆ ਉਹ ਤੋਂ ਗੈਟ ਰਿਡ ਹੋ ਜਾਂਦੇ ਨੇ। ਤਾਂ ਦੇਖੋ ਇੱਕ ਟੌਪਿਕ ਹੈ ਹੈਲਥ ਦਾ, ਹੈਲਥ ਦੇ ਨਾਲ ਛੋਟੀਆਂ ਛੋਟੀਆਂ ਟਾਣੀਆਂ ਪਤਰੇ ਮੀਨਸ ਯੂ ਨੋ ਸਮਾਲਸ ਬ੍ਰਾਂਚਿਸ ਦੇ ਆਰ ਸ਼ੂਟਿੰਗ ਆਊਟ, ਠੀਕ ਹੈ। ਤਾਂ ਉਹਦੇ ਉੱਤੇ ਸਵਾਲ ਬਣ ਸਕਦਾ ਆ। ਤਾਂ ਹੈਲਥ ਦਾ ਟੌਪਿਕ ਇੰਨਾ ਛੋਟਾ ਨਹੀਂ ਹੈ ਜਿੰਨਾ ਤੁਸੀਂ ਸਮਝਦੇ ਹੋ। ਹੁਣ ਤੁਸੀਂ ਕਰਨਾ ਕੀ, ਇਹ ਸਾਰੇ ਟੌਪਿਕਸ ਨੇ ਕਿੰਨੇ, ਤੁਸੀਂ ਇੰਟਰਨੈਟ 'ਤੇ ਫਰੋਲੋਗੇ ਤੁਹਾਨੂੰ ਆਰਾਮ ਨਾਲ ਮਿਲ ਜਾਂਦੇ ਨੇ। ਯੂ ਕੈਨ ਗੂਗਲ ਦੈਮ, ਯੂ ਕੈਨ ਯੂਟਿਊਬ ਦੈਮ, ਰਾਈਟ? ਨਾਟ ਅ ਟੀਡੀਅਸ ਟਾਸਕ, ਨਾਟ ਅ ਬਿਗ ਟਾਸਕ। ਮਕਸਦ ਇਹ ਹੈ ਵੀ ਤੁਸੀਂ ਸਮਝੋ ਵੀ ਇੰਨੇ ਟੌਪਿਕਸ ਹੈਗੇ ਨੇ ਜਿਹਦੇ ਉੱਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਬਿਕਮ ਅਵੇਅਰ। ਦੈਨ what you need to do next is you try and speak on it, you try and write on it. So when you speak, you record yourself so that you can later analyze how you spoke, where you lack, how can you improve, what all you need to add, right? You got to understand this thing. This is very important. You got to analyze your own voice as well, how you speak, how good you sound, how better you can do on your sound, ठीक है ना? Where were you lacking in your fluency? Were you lacking in your topic statement? Were you lacking in expressing yourself, be it your vocabulary or grammar, right? Where were you lacking? How can you improve yourself? Similarly in case of writing, ਜਦੋਂ ਤੁਸੀਂ ਲਿਖਦੇ ਹੈਗੇ ਹੋ ਇਹਨਾਂ ਸਾਰੇ ਟੌਪਿਕਸ 'ਤੇ ਜਦੋਂ ਲਿਖਣਾ ਸ਼ੁਰੂ ਕਰੋਗੇ ਨਾ ਰੋਜ਼ ਆਦਤ ਬਣਾ ਲਓ। ਇਫ ਯੂ ਵਾਂਟ ਟੂ ਇੰਪਰੂਵ ਯੋਰ ਇੰਗਲਿਸ਼ ਸਕਿੱਲ ਸੈਟ, right? And if you want to take it up to a further level in order to crack your IELTS or your TOEFL or your CELPIP or your PT or any other English level examination, you need to practice every single day. ਥੋੜਾ ਕਿਸੇ ਚੀਜ਼ ਉੱਤੇ ਵੀ ਲਿਖਣਾ ਸ਼ੁਰੂ ਕਰ ਦਿਓ। ਹਰ ਇੱਕ ਟੌਪਿਕ ਉੱਤੇ ਲਿਖੋ, ਐਕਸਪ੍ਰੈਸ ਕਰੋ। ਇਟਸ ਯੋਰ ਅਬਿਲਿਟੀ ਟੂ ਰਾਈਟ that will help you to become habitual, that will help you to not think about the fear, that will help you to not hesitate on writing on different topics one day. If you keep on writing, just imagine if you keep on writing on such topics for almost 30-60 days, 2 ਮਹੀਨੇ ਲਿਖ ਲਓ ਅਗਰ ਰੋਜ਼ ਬਿਨ ਨਾਗਾ, ਠੀਕ ਹੈ, ਬਸ਼ਰਤੇ ਬਿਨ ਨਾਗਾ। if you keep on writing for 60 days on every single topic, every single day, thoda, do you really think you won't be comfortable enough to write on any topic if given? Then what is IELTS? What is IELTS letter writing? What is IELTS graph? What is IELTS essay writing in front of you? You can write because you have the ideas and you know how to write. All you need to understand is the format and how to put across your writing. Simple as that. ਗੱਲ ਸਮਝ ਰਹੇ ਹੋ? ਤੁਹਾਨੂੰ ਸਬਜ਼ੀ ਬਣਾਉਣੀ ਆਉਂਦੀ ਹੈ ਬਹੁਤ ਸਵਾਦਿਸ਼ਟ, ਬਸ ਤੁਸੀਂ ਹੁਣ ਇਹ ਸਿੱਖਣਾ ਵੀ ਇਹਨੂੰ ਪ੍ਰੈਜ਼ੈਂਟ ਕਿੱਦਾਂ ਕਰਨਾ। ਸਮਝ ਰਹੇ ਹੋ? ਜਿਹਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਉਹਨੇ ਪ੍ਰੈਜ਼ੈਂਟ ਕੀ ਕਰਨਾ ਹੈ? I hope you got the point, right? So if you like the video, press the like button, press the bell icon for receiving notifications regarding such videos in future. If you're new to the channel, consider subscribing the channel. It will help the channel to grow and reach out to people who are literally looking to help improve their English language and subsequently their IELTS PT examination as well. And until then, see you in the next video. Bye.